Thank you, Jesus. Thank you, Jesus. Hallelujah. ਪ੍ਰਭੂ ਯਿਸੂ ਮਸੀਹ ਨਾਸਰੀ ਦੇ ਪਵਿੱਤਰ ਨਾਮ ਵਿੱਚ ਆਪ ਸਭ ਦਾ ਸਵਾਗਤ ਹੈ। ਅਸੀਂ ਅੱਜ ਜਦੋਂ ਪ੍ਰਭੂ ਯਿਸੂ ਨਾਸਰੀ ਦੇ ਜ਼ਿੰਦਾ ਨਾਮ ਵਿੱਚ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਹਾਂ, ਪ੍ਰਭੂ ਦੇ ਵਚਨਾਂ ਨੂੰ ਸਿੱਖਣ ਦੇ ਲਈ ਜੁੜੇ ਹੋਏ ਹਾਂ। ਆਓ ਪ੍ਰਾਰਥਨਾ ਕਰਾਂਗੇ, ਪਵਿੱਤਰ ਆਤਮਾ ਸਾਨੂੰ ਸਿਖਾਏ, ਕਿਉਂਕਿ ਪ੍ਰਭੂ ਨੇ ਕਿਹਾ ਉਹ ਦੂਸਰਾ ਸਹਾਇਕ ਪਵਿੱਤਰ ਆਤਮਾ ਮੇਰੀਆਂ ਗੱਲਾਂ ਤੁਹਾਨੂੰ ਸਿਖਾਏਗਾ। ਆਓ ਪਰਮੇਸ਼ਰ ਦੀਆਂ ਗੱਲਾਂ ਪਵਿੱਤਰ ਆਤਮਾ ਸਾਨੂੰ ਸਿਖਾਏ, ਇਸ ਦੇ ਲਈ ਸਭ ਪਵਿੱਤਰ ਆਤਮਾ ਦੇ ਅਧੀਨ ਹੋਈਏ ਔਰ ਪ੍ਰਾਰਥਨਾ ਕਰੀਏ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਹਾਂ, ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਹਾਂ। ਅੱਜ ਸਾਨੂੰ ਸਿਖਾਓ ਪ੍ਰਭੂ, ਤੇਰੀਆਂ ਗੱਲਾਂ ਸਾਨੂੰ ਸਿਖਾਓ, ਜੋ ਤੇਰੀਆਂ ਗਹਿਰੀਆਂ ਗੱਲਾਂ ਆ ਸਮਝਾਓ ਪ੍ਰਭੂ ਜੀ। ਪ੍ਰਭੂ ਤੇਰੇ ਦਿਲ ਦੀਆਂ ਗੱਲਾਂ ਸਾਨੂੰ ਸਮਝਾਓ ਪ੍ਰਭੂ ਜੀ, ਤੇਰੇ ਅੰਦਰਲੀਆਂ ਗੱਲਾਂ ਤੱਕ ਸਾਡੇ ਨਾਲ ਕਰੋ ਪ੍ਰਭੂ ਜੀ। ਜਿੰਨੀਆਂ ਰੁਕਾਵਟਾਂ ਸਭ ਜਾਂਦੀਆਂ ਰਹਿਣ। ਖੁਦਾਵੰਦ ਤੇਰਾ ਮਹਾਨ ਨਾਮ ਮਹਿਮਾ ਪਾਏ, ਤੇਰਾ ਜਲਾਲ 100% ਉਜਾਗਰ ਹੋਵੇ, ਤੇਰੀ ਵੱਡੀ ਭਲਾਈ 100% ਪ੍ਰਗਟ ਹੋਵੇ, ਤੇਰਾ ਮਹਾਨ ਨਾਮ ਵਡਿਆਇਆ ਜਾਏ। ਅੱਜ ਖੁਦਾਵੰਦ ਤੇਰੀਆਂ ਗੱਲਾਂ ਨੂੰ ਸਿੱਖਣ ਲਈ ਪ੍ਰਭੂ ਤੇਰੇ ਅੱਗੇ ਅਰਪਿਤ ਕਰਦੇ ਹਾਂ ਆਪਣੇ ਆਪ ਨੂੰ, ਤੇਰੇ ਅੱਗੇ ਸਮਰਪਿਤ ਕਰਦੇ ਹਾਂ ਆਪਣੇ ਆਪ ਨੂੰ। ਜਦੋਂ ਖੁਦਾਵੰਦ ਤੇਰੇ ਅੱਗੇ ਸਮਰਪਿਤ ਹਾਂ, ਤੁਸੀਂ ਬੋਲੋ ਪ੍ਰਭੂ ਜੀ, ਬੋਲੋ ਪ੍ਰਭੂ ਜੀ। ਤੇਰੀਆਂ ਗੱਲਾਂ ਸਭ ਦੇ ਹਿਰਦਿਆਂ 'ਚ ਪਾ ਦਿਓ ਪਰਮੇਸ਼ਵਰ, ਤੇਰੀਆਂ ਗੱਲਾਂ ਸਭ ਦੇ ਹਿਰਦਿਆਂ 'ਚ ਪਾ ਦਿਓ ਪਰਮੇਸ਼ਵਰ। ਪ੍ਰਭੂ ਤੇਰਾ ਆਤਮਾ ਸਭ ਨੂੰ ਸਿਖਾਵੇ ਪ੍ਰਭੂ ਜੀ, ਤੇਰਾ ਆਤਮਾ ਸਭ ਦੇ ਦਿਲਾਂ ਵਿੱਚ ਪ੍ਰਭੂ ਤੇਰੀਆਂ ਗੱਲਾਂ ਨੂੰ ਪਾਵੇ ਪਰਮੇਸ਼ਵਰ। ਉਹ ਤੇਰਾ ਜਲਾਲ, ਤੇਰੀ ਕੁਦਰਤ 100% ਹੋਵੇ। ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ। ਇਹ ਸਾਰੀਆਂ ਦੁਆ ਬੇਨਤੀਆਂ ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਧੰਨਵਾਦ ਸਹਿਤ ਮੰਗਦੇ ਹਾਂ। ਆਮੀਨ, ਆਮੀਨ। ਆਓ ਕੁਝ ਸਮਾਂ ਪਰਮੇਸ਼ਰ ਦੇ ਵਚਨ ਨੂੰ ਖੋਲਾਂਗੇ। ਰੋਮੀਆਂ ਦੀ ਕਿਤਾਬ 3 ਅਧਿਆਇ, ਉਸਦੇ ਪਹਿਲੇ ਵਚਨ ਤੋਂ ਲੈ ਕੇ 4ਥੇ ਵਚਨ ਤੱਕ ਵਚਨ ਨੂੰ ਪੜ੍ਹਾਂਗੇ। ਰੋਮੀਆਂ ਦੀ ਕਿਤਾਬ 3 ਅਧਿਆਇ, ਪਹਿਲੇ ਵਚਨ ਤੋਂ 4ਥੇ ਵਚਨ ਤੱਕ। ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ? ਹਰ ਪ੍ਰਕਾਰ ਕਰਕੇ ਬਹੁਤ। ਪਹਿਲੋਂ ਤਾਂ ਇਹ ਜੋ ਪਰਮੇਸ਼ਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ, ਫਿਰ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ? ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥਾ ਕਰ ਸਕਦੀ ਹੈ? ਕਦੇ ਨਹੀਂ। ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ, ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ। ਆਮੀਨ। ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਰ ਦਾ ਵਚਨ ਦੱਸਦਾ ਹੈ, ਬਹੁਤ ਸਾਰੇ ਲੋਕ ਪਰਮੇਸ਼ਰ ਨਾਲ ਵਫਾਦਾਰ ਨਹੀਂ ਰਹੇ। ਬਹੁਤ ਸਾਰੇ ਲੋਕ ਬੇਵਫਾ ਨਿਕਲੇ, ਕਈ ਬੇਵਫਾ ਨਿਕਲੇ ਪਰਮੇਸ਼ਰ ਦੇ ਨਾਲ। ਬਹੁਤ ਸਾਰੇ, ਥੋੜੇ ਨਹੀਂ, ਬਹੁਤ ਸਾਰੇ। ਉਦਾਹਰਣ ਹੈ ਯਹੂਦੀਆਂ ਦੀ। ਯਹੂਦੀ ਪਰਮੇਸ਼ਰ ਨਾਲ ਵਫਾਦਾਰ ਨਹੀਂ ਰਹੇ। ਇਜ਼ਰਾਈਲ ਪਰਮੇਸ਼ਰ ਨਾਲ ਵਫਾਦਾਰ ਨਹੀਂ ਰਿਹਾ। ਜਦੋਂ ਇਜ਼ਰਾਈਲ ਪਰਮੇਸ਼ਰ ਨਾਲ ਵਫਾਦਾਰ ਨਹੀਂ ਰਿਹਾ, ਜੋ ਬਾਈਬਲ ਜਾਣਦੇ ਆ ਉਹ ਇਜ਼ਰਾਈਲ ਦੀ ਸਟੋਰੀ ਜਾਣਦੇ ਆ ਕਿ ਸੁਲੇਮਾਨ ਤੋਂ ਬਾਅਦ ਦੇ ਵਿੱਚ 10 ਗੋਤ ਜਿਹੜੇ ਯਰੋਬੋਆਮ ਦੇ ਹਿੱਸੇ ਚਲੇ ਗਏ, ਜਿਹਦਾ ਉਹ ਰਾਜਾ ਬਣ ਗਿਆ, ਅਤੇ ਉਦੋਂ ਤੋਂ ਹੀ ਮੂਰਤੀ ਪੂਜਕ ਹੋ ਗਏ। 2 ਗੋਤ ਜਿਹੜੇ ਯਹੂਦਾ ਤੇ ਬਿੰਜਾਮੀਨ ਬਚੇ, ਉਹ ਵੀ ਪਰਮੇਸ਼ਰ ਨਾਲ ਇਮਾਨਦਾਰ ਨਹੀਂ ਰਹੇ। ਉਸ ਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਨੂੰ ਬਾਬਲ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਬਾਬਲ ਦੇ ਹਵਾਲੇ ਕੀਤੇ ਗਏ, ਗੁਲਾਮੀ ਭੁਗਤਣ ਤੋਂ ਬਾਅਦ 'ਚ ਵੀ ਇਮਾਨਦਾਰੀ ਨਹੀਂ। ਪ੍ਰਭੂ ਯਿਸੂ ਮਸੀਹ ਜਿਸ ਹੈਕਲ ਦੇ ਵਿੱਚ ਆ ਕੇ ਪ੍ਰਚਾਰ ਕਰਕੇ ਗਏ, ਉਹ ਹੈਕਲ ਜਿਹੜੀ ਬਾਬਲ 'ਚੋਂ ਆ ਕੇ ਨਹਮਜਾ ਹੋਣਾ ਨੇ, ਅਜ਼ਰਾ ਹੋਣਾ ਨੇ ਅਤੇ ਹੋਰ ਬਹੁਤ ਸਾਰੇ ਪਰਮੇਸ਼ਰ ਦੇ ਬੰਦਿਆਂ ਨੇ ਵੱਖ-ਵੱਖ ਸਮੇਂ 'ਚ ਉਸ ਨੂੰ ਸੰਪੂਰਨ ਕੀਤਾ। ਪਰ ਉੱਥੇ ਉਸ ਦੇ ਬਾਰੇ ਪ੍ਰਭੂ ਕੀ ਕਹਿ ਰਹੇ ਆ? ਪ੍ਰਭੂ ਕਹਿੰਦੇ, ਤੁਸੀਂ ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਬਣਾ ਦਿੱਤਾ ਹੈ, ਡਾਕੂਆਂ ਦੀ ਖੋਹ ਬਣਾ ਦਿੱਤਾ ਹੈ। ਇਹ ਗੱਲ ਇੱਦਾਂ ਹੀ ਹੈ ਕਿ ਜਿਹੜੇ ਬਚੇ ਸੀਗੇ, ਯਹੂਦੀ ਬਚੇ ਸੀ, ਉਹ ਵੀ ਪਰਮੇਸ਼ਰ ਨਾਲ ਇਮਾਨਦਾਰ ਨਹੀਂ ਰਹੇ।
पर परमेश्वर का बंदा एक बहुत सकारात्मक बचन जो है, सकारात्मक गल जो है परमेश्वर के आत्मा के द्वारा बोलता है। परमेश्वर का आत्मा इतने बहुत सकारात्मक गल बोलता है। अज इस जमीन के उत्ते बहुत सारिया जिंदगियां नकारात्मक गलों के नाल भरिया हुई हैं, पर पवित्र आत्मा इत्थे बहुत सकारात्मक गल साडे नाल कर रहा है अपने बंदे के द्वारा। वो कहता है यहूदी का की वाधा अते सुन्नत का की लाभ। की लाभ होया? इत्थे तक तो इदा लगता की लाभ, कोई लाभ नहीं है। यहूदियों का की बनया? परमेश्वर तो विमुख हो गए, गैर वफादार हो गए। सुन्नत नाल की होया? मुक्ति मिली नहीं। पर अगला गल आपे उत्तर दिंदा है, हर प्रकार करके बहुत, हर प्रकार करके बहुत। ये उत्तर है, हर प्रकार करके बहुत। पहलों तो है जो परमेश्वर दियां बाणियां उन्होंने सौंपियां गई। पहली गल तो यही है कि परमेश्वर दियां बाणियां उन्होंने सौंपियां गई। बहुत बड़ी गल है कि जो परमेश्वर अपनी बाणी सौंपदा है एक व्यक्ति नूं, बहुत बड़ी गल है। इस तो वड्डी गल कोई नहीं हैगी जमीन के उत्ते कि परमेश्वर अपनी बाणी तुहानूं दे देवे। परमेश्वर ने यहूदियों को अपनी बाणियां सौंपियां, परमेश्वर ने अपने वचन उन्होंने सौंपे। जो वचन उन्होंने सौंपे, वचन तो मनन नहीं होया, मुक्तिदाता नूं कबूल नहीं किया, ठोकर खा गए, डिग गए, परमेश्वर तो दूर हो गए, परमेश्वर नाल गैर वफादार हो गए। पर गल ये आ, बहुत सारे गैर वफादार निकले। अगली गल ये है, फिर भावें कई बेवफा निकले तां की होया? किन्ने ही बेवफा निकले, फिर की होया? ये सवाल है, फिर की होया? भला उन्हां दी बेवफाई परमेश्वर की वफादारी नूं अव्यर्था कर सकती है? एक होर सवाल है कि उन्हां दी बेवफाई परमेश्वर की वफादारी नूं अव्यर्था कर दूगी? जो परमेश्वर नाल वफादार आ, कि परमेश्वर की वफादारी उन्होंने कोई सवारूगी नहीं? कि उन्होंने कोई सवारिया ही नहीं जाऊगा? कि उन्होंने कुछ बनूगा ही नहीं? जो पौलुस इस विषय पर चिंतन करता है, बड़ा गहरा चिंतन मंथन करने वाला व्यक्ति है संत पौलुस। जो 9वां 10वां 11वां अध्याय लिखता है रोमिया की किताब का, 9वें अध्याय कहता है, कहता मैनू बड़ा सो गया यहूदियों के वालों, बड़ा सो गया। कहता मैनू उन्होंने की बनूगा, इस सवाल ने मैनू बड़ा उलझाया होया। वो कहता बड़ा उलझिया होया, कहता मैं इस सवाल के नाल मैनू बड़ा सो गया। वो बड़े बड़े सोग विच इस गल नूं लै गए कि परमेश्वर इन्हों सदा लई छड्ड दूगा, कि परमेश्वर सदा लई त्याग दूगा। पर प्रभु ने जो 11वें अध्याय के लास्ट में उन्हें गल की, उन्होंने समझ लग गई 11वां अध्याय, उन्हें इसे गल नूं क्लीयर किया प्रभु ने उहदे नाल। जो 9वें 10वें 11वें अध्याय में उन्हें प्रभु के नाल यात्रा की है, तो वह वाच कहता है, कहता परमेश्वर वाह तेरी बुद्ध तेरा ज्ञान ये सिर्फ तू ही जानता है, और जिन्होंने समझा दिंदा आ वह भी कृतार्थ हो जाते। प्रभु का धन्नवाद होवे इस गल के लिए। ये जिहड़ी गल इदां ही आ, ये गल इदां ही आ, ये गल इदां ही आ कि प्रभु के नाल जे गैर वफादार निकले तो एक दिन वो भी टाइम आने वाला आ कि जदों इस जमीन के विनाश तो पहला खुदा ने विनाश करने वाले नूं कहना रुक जा, पहला मोहर ला लैण दे। किन्हां ते मोहर ला लैण दे? इजरायलियां ते। हर गोत विचों 12,000 1,44,000 यहूदियां ते मोहर लगी। हुण जिहड़ी ये गल आ, ये गल बड़ी साफ आ। इस वक्त पता नहीं कित्थे कित्थे कौन कौन हैगा, वो 12 गोत कित्थे है, कित्थे कित्थे उन्हां दे वंशज हन पता नहीं, पर खुदा लभ लूगा, खुदा लभ लूगा। एक खुदा की ईमानदारी का चिन्ह, खुदा लभ लूगा, जिते भी होणगे लभ लूगा। प्रभु का धन्नवाद आ। प्रभु कहता मैं लभण आया, गुआचियां नूं लभण आया। प्रभु कहता मैं, इसलिए प्रभु ले गुमकड़ शब्द वरत्या, जिहड़े बाइबल तो इलावा प्रचारक दुनिया विच होए, उन्होंने उन्होंने गुमकड़ किया। गुमकड़ का मतलब घूमण फिरन वाला। यीशु मसीह एक जगह पर बैठण वाला प्रभु का बंदा नहीं सीगा,
ਬੈਠਣ ਵਾਲਾ ਗੁਰੂ ਨਹੀਂ ਸੀਗਾ, ਬੈਠਣ ਵਾਲਾ ਪ੍ਰਭੂ ਨਹੀਂ ਸੀਗਾ। ਇੱਕ ਜਗ੍ਹਾ 'ਤੇ ਡੇਰਾ ਬਣਾ ਕੇ ਨਹੀਂ ਬੈਠਾ ਸੀਗਾ, ਉਹ ਘੁੰਮ ਰਿਹਾ ਸੀ ਦੁਨੀਆ ਦੇ ਵਿੱਚ, ਇੱਥੋਂ ਉੱਥੇ, ਉੱਥੋਂ ਉੱਥੇ, ਉੱਥੋਂ ਉੱਥੇ, ਜਿੱਥੇ ਜਿੱਥੇ ਵੀ ਉਹਦੇ ਬੰਦੇ ਹੀ ਜਿਹਨਾਂ ਨੂੰ ਉਹਨੇ ਆਪਣੇ ਲਈ ਨਾਲ ਜੋੜਨਾ ਸੀਗਾ, ਉਹਨਾਂ ਦੇ ਕੋਲ ਆਪ ਗਿਆ। ਇਸ ਲਈ ਉਹਨੇ ਕਿਹਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ। ਸੋ ਪ੍ਰਭੂ ਦਾ ਧੰਨਵਾਦ ਆ, ਉਹ ਆਪ ਆਉਂਦਾ ਆ, ਪ੍ਰਭੂ ਆਪ ਆਉਂਦਾ ਬੰਦੇ ਕੋਲ, ਅੱਜ ਵੀ ਆਉਂਦਾ ਹੈ। ਉਹਦਾ ਤਰੀਕਾ ਇਹੀ ਆ, ਪ੍ਰਭੂ ਦਾ ਤਰੀਕਾ ਇਹੀ ਆ ਦੂਸਰਿਆਂ ਨੂੰ ਆਪਣੇ ਨਾਲ ਜੋੜਨ ਦਾ। ਉਹ ਆਉਂਦਾ ਹੈ, ਕਿਸੇ ਵੀ ਤਰੀਕੇ ਨਾਲ ਆਵੇ, ਉਹ ਆਉਂਦਾ ਹੈ। ਸੋ ਇਹ ਜਿਹੜੀ ਗੱਲ ਹੈ, ਜਦੋਂ ਉਹ ਬੇਵਫਾ ਹੋ ਗਏ, ਕੀ ਪਰਮੇਸ਼ਰ ਦੀ ਵਫਾਦਾਰੀ ਅਵਿਰਥੀ ਹੋ ਗਈ? ਅਗਲੀ ਗੱਲ ਹੈ, ਜਿਹੜਾ ਚੌਥਾ ਅਧਿਆਇ ਦਾ ਪਹਿਲਾ ਵਚਨ ਹੈ, ਕਦੇ ਨਹੀਂ। ਉਹ ਕਹਿੰਦਾ ਜਿਹੜੀ ਮਨੁੱਖ ਦੀ ਗੈਰ ਵਫਾਦਾਰੀ ਹੈ, ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥਾ ਨਹੀਂ ਕਰ ਸਕਦੀ, ਬਿਲਕੁਲ ਨਹੀਂ। ਇਹ ਜਿਹੜੀ ਗੱਲ ਆ, ਉਹ ਕਹਿੰਦਾ ਕਦੇ ਨਹੀਂ, ਇੱਦਾਂ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਰ ਦੀ ਵਫਾਦਾਰੀ ਜਿਹੜੀ ਅਵਿਰਥੀ ਹੋ ਜਾਏ, ਇਹ ਨਹੀਂ ਹੋ ਸਕਦਾ। ਪ੍ਰਭੂ ਦਾ ਧੰਨਵਾਦ ਆ, ਪ੍ਰਭੂ ਵਫਾਦਾਰ ਆ। ਉਹ ਫਰਿਸ਼ਤਿਆਂ ਨਾਲ ਵੀ ਵਫਾਦਾਰ ਸੀ, ਉਹ ਬਗਾਵਤ ਕਰ ਗਏ। ਫਿਰ ਮਨੁੱਖ ਬਣਾਇਆ, ਮਨੁੱਖ ਨਾਲ ਵੀ ਵਫਾਦਾਰ ਸੀ, ਉਹ ਬਗਾਵਤ ਕਰ ਗਿਆ। ਹੁਣ ਕਲੀਸਿਆ ਨਾਲ ਵਫਾਦਾਰ ਆ, ਕਲੀਸਿਆ ਹੀ ਬਗਾਵਤ ਕਰ ਰਹੀ ਆ, ਪਰ ਉਹਦੀ ਵਫਾਦਾਰੀ ਖਤਮ ਨਹੀਂ ਹੁੰਦੀ। ਪ੍ਰਭੂ ਦੀ ਸਤੁਤੀ ਹੋਵੇ। ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਗੱਲ ਕੀ ਹੈ? ਜਿੰਨਾ ਮਰਜ਼ੀ ਜੋਰ ਲਾ ਲਓ, ਇੱਕ ਦਿਨ ਪਰਮੇਸ਼ਰ ਅੱਗੇ ਝੂਠੇ ਠਹਿਰ ਜਾਣਾ। ਇਹਦੇ ਹੋਣੀ, ਇਹ ਇੱਦਾਂ ਹੀ ਹੋਣੀ ਹੈ। ਪਰਮੇਸ਼ਰ ਅੱਗੇ ਝੂਠੇ ਠਹਿਰਨਾ ਹੈ। ਕਈ ਬੰਦੇ ਅਜੇ ਤੱਕ ਮੰਨਦੇ ਨਹੀਂ, ਕਹਿੰਦੇ ਨਹੀਂ ਮੈਂ ਸੱਚਾ। ਭਾਈ ਤੁਸੀਂ ਜਿੰਨਾ ਮਰਜ਼ੀ ਰੌਲਾ ਪਾ ਲਓ ਤੁਹਾਡੀ ਸੱਚਾਈ ਦਾ, ਇੱਕ ਦਿਨ ਤੁਸੀਂ ਪਰਮੇਸ਼ਰ ਅੱਗੇ ਝੂਠੇ ਠਹਿਰਨਾ ਆ। ਅੱਜ ਸਮਝ ਨਹੀਂ ਹੈਗੀ, ਇਸ ਕਰਕੇ ਆਪਣੇ ਨੂੰ ਸੱਚੇ ਕਹੀ ਜਾਂਦੇ ਆ। ਜਿਸ ਦਿਨ ਸਮਝ ਆ ਗਈ, ਉਸ ਦਿਨ ਫਿਰ ਇਹ ਕਹਿਣਾ, ਪ੍ਰਭੂ ਮੈਂ ਝੂਠਾ, ਤੂੰ ਸੱਚਾ। ਇਹ ਗੱਲ ਇੱਦਾਂ ਹੀ ਹੈ। ਇੱਕ ਦਿਨ ਅਯੂਬ ਵੀ ਕਹਿੰਦਾ ਮੈਂ ਸੱਚਾ, ਪਰ ਜਿਹਨੂੰ ਸਮਝ ਆ ਗਈ ਫਿਰ ਡਿੱਗ ਗਿਆ। ਅੱਜ ਇਹ ਗੱਲ ਇੱਦਾਂ ਹੀ ਹੈ। ਇਸ ਲਈ ਇਹ ਗੱਲ ਸਮਝ ਲਓ ਕਿ ਇਹ ਹੋਣਾ ਹੈ ਕਿ ਪਰਮੇਸ਼ਰ ਨੇ ਸੱਚਾ ਠਹਿਰਨਾ ਅਤੇ ਮਨੁੱਖ ਨੇ ਝੂਠਾ ਠਹਿਰਨਾ। ਜਦੋਂ ਪਰਮੇਸ਼ਰ ਸੱਚਾ ਠਹਿਰਦਾ, ਮਨੁੱਖ ਝੂਠਾ ਠਹਿਰਦਾ, ਫਿਰ ਕੀ ਹੁੰਦਾ? ਫਿਰ ਪਰਮੇਸ਼ਰ ਆਪਣੇ ਨਿਆਂ ਵਿੱਚ ਜਿੱਤ ਜਾਂਦਾ ਹੈ। ਜਿੱਤ ਤਾਂ ਪਰਮੇਸ਼ਰ ਦੀ ਹੋਣੀ ਭਾਈ। ਇਸ ਲਈ ਜ਼ਰੂਰੀ ਗੱਲ ਇਹ ਹੈ, ਜੇ ਤੁਹਾਡੇ ਵਿੱਚ ਗੈਰ ਵਫਾਦਾਰੀ ਪਾਈ ਜਾਂਦੀ ਹੈ ਤਾਂ ਇਸ ਗੱਲ ਨੂੰ ਸਮਝ ਜਾਓ, ਪਰਮੇਸ਼ਰ ਵਫਾਦਾਰ ਹੀ ਹੈ। ਅੱਜ ਬਹੁਤ ਸਾਰੇ ਗੈਰ ਵਫਾਦਾਰ ਹੋ ਚੁੱਕੇ ਹਨ। ਵਫਾਦਾਰੀ ਨਹੀਂ ਹੈ, ਪਰਮੇਸ਼ਰ ਨਾਲ ਵਫਾਦਾਰੀ ਨਹੀਂ ਹੈ, ਪਰ ਪਰਮੇਸ਼ਰ ਉਹਨਾਂ ਨਾਲ ਵਫਾਦਾਰੀ ਨਿਭਾ ਰਿਹਾ ਹੈ। ਬਹੁਤ ਵੱਡੀ ਉਦਾਹਰਣ ਹੈ ਕਾਇਨ ਦੀ। ਕਾਇਨ ਪਰਮੇਸ਼ਰ ਨਾਲ ਵਫਾਦਾਰ ਨਹੀਂ, ਕਾਇਨ ਆਪਣੇ ਭਰਾ ਨਾਲ ਵਫਾਦਾਰ ਨਹੀਂ, ਕਾਇਨ ਵਫਾਦਾਰ ਹੀ ਨਹੀਂ ਹੈਗਾ। ਉਹ ਜਦੋਂ ਪ੍ਰਭੂ ਉਹਦੇ ਕੋਲ ਆਇਆ, ਗੁੱਸੇ ਨਾਲ ਆਇਆ, ਪ੍ਰਭੂ ਨੇ ਉਹਦੇ ਉੱਤੇ ਸ਼ਰਾਪ ਹੋਰ ਬੋਲ ਦਿੱਤੇ ਆਦਮ ਤੋਂ ਬਾਅਦ 'ਚ। ਪਰ ਉਹ ਚਿੱਲਾਇਆ, ਉਹ ਵਿਚਲਿਤ ਹੋਇਆ। ਉਹ ਕਹਿੰਦਾ ਪ੍ਰਭੂ ਜਿਹਨੇ ਮੈਨੂੰ ਦੇਖਣਾ ਉਹਨੇ ਮੈਨੂੰ ਮਾਰ ਦੇਣਾ। ਤੇ ਪ੍ਰਭੂ ਨੂੰ ਤਰਸ ਆ ਗਿਆ, ਦਇਆ ਆ ਗਈ। ਪ੍ਰਭੂ ਕਹਿੰਦੇ ਜਿਹੜਾ ਤੈਨੂੰ ਮਾਰੂਗਾ ਮੈਂ ਉਹ ਤੋਂ 7 ਗੁਣਾ ਬਦਲਾ ਲਊਂਗਾ। ਹਾਬਲ ਦੀ ਰਾਖੀ ਨਹੀਂ ਕੀਤੀ, ਹਾਬਲ ਨੂੰ ਮਾਰਤਾ ਕਾਇਨ ਨੇ। ਕਾਇਨ ਦੀ ਰਾਖੀ ਕਰਨ ਦਾ ਵਾਅਦਾ ਕਰ ਲਿਆ। ਇਹ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਰ ਨੂੰ ਗਾਲਾਂ ਕੱਢਦੇ, ਪਰਮੇਸ਼ਰ ਉਹਨਾਂ ਦੀ ਰਾਖੀ ਕਰਦਾ ਹੈ। ਜਿਹੜੇ ਕਹਿੰਦੇ ਹੈ ਹੀ ਨਹੀਂ ਪਰਮੇਸ਼ਰ, ਉਹਨਾਂ ਦੀ ਵੀ ਰਾਖੀ ਕਰਦਾ ਹੈ। ਜਿਹੜੇ ਉਹਦੇ ਕਹਾ ਕੇ ਉਹਦੀ ਗੱਲ ਨਹੀਂ ਮੰਨਦੇ, ਉਹਨਾਂ ਦੀ ਵੀ ਰਾਖੀ ਕਰਦਾ ਹੈ। ਉਹਨਾਂ ਦੀ ਗੱਲ ਸੁਣਦਾ, ਮੰਨਦਾ, ਪੂਰੀ ਵੀ ਕਰਦਾ ਹੈ। ਅੱਜ ਬਹੁਤ ਸਾਰੇ ਭੈਣ ਭਾਈ ਪ੍ਰਭੂ ਨਾਲ ਇਮਾਨਦਾਰ ਨਹੀਂ ਹੈਗੇ, ਚਾਹੇ ਸੇਵਕਾਈ ਦੇ ਵਿੱਚ ਹੋਣ, ਪਰ ਪ੍ਰਭੂ ਉਹਨਾਂ ਦੀਆਂ ਪ੍ਰਾਰਥਨਾ ਸੁਣ ਕੇ ਪੂਰੀਆਂ ਕਰ ਰਿਹਾ। ਜੋ ਕਮਾਂਡ ਦੇ ਰਿਹਾ ਪ੍ਰਭੂ ਪੂਰਾ ਕਰ ਰਿਹਾ ਉਸ ਕਮਾਂਡ ਨੂੰ। ਜੋ ਖੋਲ ਰਿਹਾ ਖੋਲਿਆ ਜਾ ਰਿਹਾ, ਜੋ ਬਣ ਰਿਹਾ ਬੰਨਿਆ ਜਾ ਰਿਹਾ। ਇੱਦਾਂ ਹੈਗੀ ਆ ਗੱਲ। ਪਵਿੱਤਰਤਾ ਹੀ ਨਹੀਂ ਹੈਗੀ, ਪ੍ਰਭੂ ਵਾਲੀ ਪਵਿੱਤਰਤਾ ਹੀ ਨਹੀਂ ਹੈਗੀ, ਪ੍ਰਭੂ ਵਾਲੀ ਆਗਿਆਕਾਰੀ ਨਹੀਂ ਹੈਗੀ। ਬਿਲਕੁਲ ਸ਼ੋਰ ਪਿਓਰ ਗੱਲ। ਪਰ ਪ੍ਰਭੂ ਉਹਨਾਂ ਦੇ ਨਾਲ ਇਮਾਨਦਾਰ ਆ। ਉਹ ਪ੍ਰਭੂ ਨਾਲ ਇਮਾਨਦਾਰ ਨਹੀਂ ਹੈਗੇ, ਪਰ ਪ੍ਰਭੂ ਉਹਨਾਂ ਦੇ ਨਾਲ 100% ਇਮਾਨਦਾਰ ਆ।
ਪ੍ਰਭੂ ਉਹਨਾਂ ਦੇ ਨਾਲ ਕੰਮ ਕਰ ਰਿਹਾ। ਅੱਜ ਬੇਨਤੀ ਹੈ ਉਹਨਾਂ ਸਾਰੇ ਭੈਣ ਭਾਈਆਂ ਦੇ ਅੱਗੇ ਵੀ ਜਿਹੜੇ ਆਪਾਂ ਸਾਰੇ ਪ੍ਰਭੂ ਦੀ ਸੇਵਾ 'ਚ ਲੱਗੇ, ਆਪਣੇ ਆਪ ਨੂੰ ਦੇਖਣ ਦੀ ਲੋੜ ਆ ਕਿ ਪਰਮੇਸ਼ਰ ਤਾਂ ਮੇਰੇ ਨਾਲ ਵਫਾਦਾਰ ਹੈ, ਕਿ ਮੈਂ ਉਹਦੇ ਨਾਲ ਵਫਾਦਾਰ ਹਾਂ। ਜ਼ਮੀਨ ਤੇ ਚੱਲ ਜਾਣਾ ਹੈ ਸਭ ਕੁਛ, ਆਸਮਾਨ ਤੇ ਜਦੋਂ ਨਵੇੜਾ ਹੋਣਾ ਹੈ ਤੇ ਫਿਰ ਦਿੱਕਤ ਆ ਜਾਣੀ। ਪਰ ਇਸ ਗੱਲ ਨੂੰ ਠੀਕ ਸਮਝਣ ਦੀ ਜ਼ਰੂਰਤ ਹੈ ਕਿ ਸਾਡਾ ਪਰਮੇਸ਼ਵਰ ਸਾਡੀ ਗੈਰ ਵਫਾਦਾਰੀ ਵਿੱਚ ਵੀ ਸਾਡੇ ਨਾਲ ਹੈ। ਜਿਹੜੇ ਇਸ ਗੱਲ ਨੂੰ ਅਜੇ ਤੱਕ ਨਹੀਂ ਸਮਝੇ, ਪਲੀਜ਼ ਉਹ ਸਮਝ ਜਾਣ ਕਿ ਮੈਂ ਪਰਮੇਸ਼ਰ ਨਾਲ ਵਫਾਦਾਰ ਨਹੀਂ ਹਾਂ, ਪਰ ਫਿਰ ਵੀ ਮੇਰਾ ਪਰਮੇਸ਼ਰ ਮੇਰੇ ਨਾਲ ਵਫਾਦਾਰ ਹੀ ਹੈ। ਬਹੁਤ ਸਾਰਿਆਂ ਨੂੰ ਸ਼ੈਤਾਨ ਸਿਖਾਉਂਦਾ ਹੈ ਕਿ ਤੂੰ ਪਰਮੇਸ਼ਰ ਨਾਲ ਵਫਾਦਾਰ ਨਹੀਂ ਹੈ, ਪਰਮੇਸ਼ਰ ਨੇ ਤੇਰੀ ਸੁਣਨੀ, ਉਹ ਤੇਰੇ ਨਾਲ ਨਹੀਂ ਉਹਨੇ ਚੱਲਣਾ ਹੈਗਾ, ਉਹਨੇ ਤੇਰੀ ਸੁਣਨੀ ਨਹੀਂ, ਤੈਨੂੰ ਕਬੂਲ ਹੀ ਨਹੀਂ ਕਰਨਾ ਉਹਨੇ, ਤੂੰ ਉਹਦੇ ਨਾਲ ਗੱਲ ਹੀ ਨਹੀਂ ਕਰ ਸਕਦਾ, ਤੂੰ ਲਾਇਕ ਹੀ ਨਹੀਂ ਹੈਗਾ। ਉਹ ਵਿਚਾਰੇ ਇਸ ਗੱਲ ਤੋਂ ਉਲਝ ਕੇ ਬਿਲਕੁਲ ਦੂਰੇ ਹੋ ਜਾਂਦੇ ਆ, ਪ੍ਰਾਰਥਨਾ ਵੀ ਛੱਡ ਦਿੰਦੇ, ਬੰਦਗੀ ਵੀ ਛੱਡ ਦਿੰਦੇ ਆ, ਪ੍ਰਭੂ ਦੇ ਨਾਲ ਰਹਿਣਾ ਵੀ ਛੱਡ ਦਿੰਦੇ ਆ, ਸੰਗਤੀ ਵੀ ਛੱਡ ਦਿੰਦੇ। ਜਦੋਂ ਇੱਦਾਂ ਹੋ ਜਾਂਦਾ ਉਹ ਇੱਦਾਂ ਹੋ ਜਾਂਦੇ ਆ, ਹੀਣ ਭਾਵਨਾ ਨਾਲ ਭਰ ਜਾਂਦੇ ਆ, ਔਰ ਉਹ ਸਮਝਦੇ ਆ ਕਿ ਮੇਰੀ ਪ੍ਰਭੂ ਨੇ ਹੁਣ ਸੁਣਨੀ ਨਹੀਂ ਹੈਗੀ, ਮੇਰੇ ਨਾਲ ਉਹ ਇਮਾਨਦਾਰ ਨਹੀਂ ਹੈਗਾ। ਪਰ ਇਹ ਗੱਲ ਸੁਣੋ ਪਲੀਜ਼, ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਵਫਾਦਾਰ ਹੈ। ਯਾਕੂਬ ਤੋਂ 12 ਗੋਤ ਬਣੇ, ਯਾਕੂਬ ਦੇ 12 ਮੁੰਡੇ ਹੋਏ, ਪਰ ਯਾਕੂਬ ਸ਼ਬਦ ਦਾ ਅਰਥ ਹੈ ਧੋਖੇਬਾਜ਼। ਯਾਕੂਬ ਸ਼ਬਦ ਦਾ ਅਰਥ ਹੈ ਧੋਖੇਬਾਜ਼। ਪਰ ਇਹ ਗੱਲ ਦੇਖੋ, ਜਦੋਂ ਯਾਕੂਬ ਆਪਣੇ ਪਿਤਾ ਇਸਾਕ ਦੇ ਵਿੱਚੋਂ ਬਰਕਤ ਲੈ ਰਿਹਾ ਸੀਗਾ, ਉਸ ਵਕਤ ਉਹਦੇ ਅੰਦਰ ਧੋਖਾ ਸੀ, ਕਿਉਂਕਿ ਉਹਨੇ ਆਪਣੇ ਹੱਥਾਂ ਦੇ ਉੱਤੇ ਜਿਹੜੇ ਬਾਲ ਚੜਾਏ ਹੋਏ ਸੀਗੇ, ਬਾਲ ਚੜਾਏ ਹੋਏ ਸੀ ਉਹਦੇ ਉੱਤੇ। ਜਦੋਂ ਉਹਨੇ ਦੇਖਿਆ, ਉਹਨੇ ਕਿਹਾ ਠੀਕ ਹੈ, ਆਵਾਜ਼ ਤਾਂ ਤੇਰੀ ਯਾਕੂਬ ਵਾਲੀ ਹੈ, ਪਰ ਜਿਹੜਾ ਤੇਰੀ ਚਮੜੀ ਹੈਗੀ, ਜਿਹੜੇ ਰੋਮ ਹੈਗੇ ਆ, ਉਹ ਏਸਾਓ ਵਾਲੇ ਹੀ ਹੈ। ਧੋਖਾ ਸੀ ਅੰਦਰ, ਪਰ ਬਰਕਤ ਲੈ ਗਿਆ। ਅੱਜ ਇਸ ਜ਼ਮੀਨ ਦੇ ਉੱਤੇ ਬਹੁਤ ਸਾਰੇ ਧੋਖੇ ਵਾਲੇ ਬੰਦੇ ਵੀ ਬਰਕਤ ਲੈ ਰਹੇ ਆ, ਕਿਉਂਕਿ ਪਰਮੇਸ਼ਵਰ ਸਾਰਿਆਂ ਨੂੰ ਇੱਕ ਸਮਾਨ ਆਸ਼ੀਸ਼ ਦਿੰਦਾ ਹੈ। ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਮੱਤੀ 5:45 ਵਿੱਚ ਕਿਹਾ ਕਿ ਪ੍ਰਭੂ ਪਰਮੇਸ਼ਰ ਆਪਣਾ ਸੂਰਜ ਬੁਰਿਆਂ ਤੇ ਭਲਿਆਂ ਉੱਤੇ ਚਾੜਦਾ, ਦੋਹਾਂ ਉੱਤੇ ਚਾੜਦਾ, ਅਤੇ ਬੁਰਿਆਂ ਧਰਮੀਆਂ ਅਤੇ ਕੁਧਰਮੀਆਂ ਦੋਵਾਂ ਦੇ ਖੱਤਿਆਂ 'ਚ ਮੀਂਹ ਪਾਉਂਦਾ, ਦੋਵਾਂ ਤੇ ਮੀਂਹ ਪਾਉਂਦਾ। ਜੋ ਪਰਮੇਸ਼ਰ ਦੀਆਂ ਕੁਦਰਤੀ ਆਸ਼ੀਸ਼ਾਂ ਸਾਰਿਆਂ ਲਈ ਹੈ। ਇਸ ਲਈ ਅੱਜ ਇਹ ਸਮਝਣ ਦੀ ਜ਼ਰੂਰਤ ਹੈ ਕਿ ਯਾਕੂਬ ਉਸ ਵਕਤ ਧੋਖੇਬਾਜ਼ ਸੀ ਜਦੋਂ ਉਹਨੂੰ ਉਹਦਾ ਪਿਤਾ ਬਰਕਤ ਦੇ ਰਿਹਾ ਸੀ, ਪਰ ਉਹ ਮਿਲ ਰਹੀ ਸੀ, ਉਹਨੂੰ ਮਿਲ ਰਹੀ ਸੀ, ਪੂਰੀ ਵੀ ਹੋਈ। ਇਸ ਲਈ ਅੱਜ ਠੀਕ ਸਮਝਣ ਦੀ ਜ਼ਰੂਰਤ ਹੈ ਕਿ ਚਾਹੇ ਤੁਸੀਂ ਵਫਾਦਾਰ ਨਹੀਂ ਹੈਗੇ, ਪਰ ਪਰਮੇਸ਼ਰ ਤੁਹਾਡੇ ਨਾਲ ਵਫਾਦਾਰ ਹੀ ਹੈ। ਪਰ ਇੱਕ ਗੱਲ ਆ, ਉਹਦੀ ਵਫਾਦਾਰੀ, ਉਹਦੀ ਇਮਾਨਦਾਰੀ, ਉਹਦਾ ਪ੍ਰੇਮ, ਉਹਦੀ ਦਇਆ ਸਾਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ ਕਿ ਅਸੀਂ ਪਛਤਾਈਏ ਔਰ ਕਹੀਏ ਪਰਮੇਸ਼ਵਰ ਇੰਨਾ ਤੇਰਾ ਪਿਆਰ, ਐਡੀ ਵੱਡੀ ਤੇਰੀ ਵਫਾਦਾਰੀ ਕਿ ਮੇਰੀ ਸਾਰੀ ਗੈਰ ਵਫਾਦਾਰੀ ਦੇ ਬਾਵਜੂਦ ਵੀ ਤੂੰ ਮੇਰੇ ਨਾਲ ਵਫਾਦਾਰ ਆ, ਤੂੰ ਮੇਰੀ ਗੈਰ ਈਮਾਨਦਾਰੀ ਦੇ ਬਾਵਜੂਦ ਵੀ ਤੂੰ ਮੇਰੇ ਨਾਲ ਈਮਾਨਦਾਰ ਆ। ਪਰਮੇਸ਼ਰ ਐਡੀ ਵੱਡੀ ਤੇਰੀ ਭਲਾਈ, ਪਰਮੇਸ਼ਰ ਐਡੀ ਵੱਡੀ ਤੇਰੀ ਕਿਰਪਾ, ਐਡਾ ਵੱਡਾ ਤੇਰਾ ਪਿਆਰ, ਐਡਾ ਵੱਡਾ ਤੇਰਾ ਅਨੁਗ੍ਰਹਿ। ਪਰਮੇਸ਼ਰ ਤੇਰਾ ਧੰਨਵਾਦ ਤੇਰੀ ਇਮਾਨਦਾਰੀ ਲਈ, ਤੇਰੀ ਵਫਾਦਾਰੀ ਲਈ। ਇਹ ਜ਼ਰੂਰ ਹੈ, ਇਹ ਬੋਲੀਏ, ਜ਼ਰੂਰ ਹੈ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਝੂਠਾ ਮੰਨੀਏ, ਨਿਕੰਮਾ ਮੰਨੀਏ, ਤਾਂ ਕਿ ਪਰਮੇਸ਼ਰ ਦੀ ਵਫਾਦਾਰੀ ਦਾ ਤੁਸੀਂ ਸਤਿਕਾਰ ਕਰਨ ਵਾਲੇ ਬਣ ਸਕੋ। ਵਫਾਦਾਰੀ ਤਾਂ ਉਹਦੀ ਹੈ ਹੀ, ਪਰ ਜਿਹੜੇ ਉਹਨੂੰ ਕਬੂਲਦੇ ਉਹਦੀ ਵਫਾਦਾਰੀ ਨੂੰ, ਉਹ ਆਸ਼ੀਸ਼ਮੈ ਹੁੰਦੇ ਔਰ ਆਸ਼ੀਸ਼ਮੈ ਰਹਿੰਦੇ। ਪ੍ਰਭੂ ਦਾ ਧੰਨਵਾਦ ਹੋਵੇ। ਇੱਕ ਦੂਸਰਾ ਵਚਨ ਅਸੀਂ ਪੜ੍ਹਾਂਗੇ ਥੈਸਲੁਨੀਕੀਆਂ ਦੀ ਪਹਿਲੀ ਕਿਤਾਬ, ਉਸ ਦਾ 5ਵਾਂ ਅਧਿਆਇ ਖੋਲਾਂਗੇ। ਪਹਿਲਾ ਥੈਸਲੁਨੀਕੀਆਂ 5ਵਾਂ ਅਧਿਆਇ। ਜਦੋਂ ਅਸੀਂ ਪਰਮੇਸ਼ਰ ਦੀ ਵਫਾਦਾਰੀ ਦੇ ਬਾਰੇ ਜਾਣਦੇ ਹਾਂ, ਸਿੱਖਦੇ ਹਾਂ, ਪਰਮੇਸ਼ਰ ਰੀਅਲੀ ਵਫਾਦਾਰ ਹੈ, ਉਸ ਤੋਂ ਬਿਨਾਂ ਇਸ ਜ਼ਮੀਨ ਦੇ ਉੱਤੇ ਵਫਾਦਾਰੀ ਕਿਸੇ ਵਿੱਚ ਨਹੀਂ ਹੈਗੀ। ਵਫਾਦਾਰੀ ਨਹੀਂ ਹੈਗੀ, ਇਹ ਸੱਚਾਈ ਹੈ। ਵਫਾਦਾਰੀ ਜਿਹੜੀ ਹੈ ਉਹ ਕੇਵਲ ਪਰਮੇਸ਼ਰ 'ਚ। ਦੁਨੀਆ 'ਚ ਤਾਂ ਇਹੀ ਹੈ ਕਿ ਹੱਥ ਨੂੰ ਹੱਥ ਆ, ਹੱਥ ਨੂੰ ਹੱਥ ਆ, ਅਦਲੇ ਦਾ ਬਦਲਾ ਹੈ, ਬੁਰੇ ਦਾ ਬਦਲਾ ਬੁਰਾ, ਭਲੇ ਦਾ ਬਦਲਾ ਭਲਾ। ਪਰ ਇਹ ਗੱਲ ਆ, ਪਰਮੇਸ਼ਰ ਬੁਰੇ ਦਾ ਬਦਲਾ ਭਲਾ ਦਿੰਦਾ ਹੈ। ਇਹ ਕੇਵਲ ਪਰਮੇਸ਼ਰ 'ਚ ਆ। ਅਗਰ ਕਿਸੇ ਵਿਅਕਤੀ 'ਚ ਇਹ ਚੀਜ਼ ਪਾਈ ਜਾਂਦੀ ਆ ਤੇ ਇਹ ਪਰਮੇਸ਼ਰ ਦੀ ਬਖਸ਼ਿਸ਼ ਆ। ਪ੍ਰਭੂ ਦੀ ਸਤੁਤੀ ਹੋਵੇ। ਸੋ ਅਸੀਂ ਪੜ੍ਹਾਂਗੇ ਪਹਿਲਾ ਥੈਸਲੁਨੀਕੀਆਂ
5ਵਾਂ ਅਧਿਆਇ, ਪਹਿਲਾ ਥੈਸਲੋਨੀਕੀਆਂ 5ਵਾਂ ਅਧਿਆਇ, ਉਸਦਾ 23 ਤੇ 24 ਵਚਨ ਪੜਾਂਗੇ। ਅਤੇ ਸ਼ਾਂਤੀ ਦਾਤਾ ਪਰਮੇਸ਼ਵਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਔਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਤੁਹਾਡਾ ਸੱਦਣ ਵਾਲਾ ਵਫਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ। ਆਮੀਨ। ਸ਼ਾਂਤੀ ਦਾਤਾ ਪਰਮੇਸ਼ਵਰ, ਜਿਹੜਾ ਪਰਮੇਸ਼ਵਰ ਹੈ ਉਹ ਸ਼ਾਂਤੀ ਦੇਣ ਵਾਲਾ ਪਰਮੇਸ਼ਵਰ ਆ, ਔਰ ਉਹਦੀ ਵਿਸ਼ੇਸ਼ਤਾ ਕੀ ਹੈ? ਉਹ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਆਪੇ ਹੀ ਉਹ ਸਾਨੂੰ ਪੂਰੀ ਤਰ੍ਹਾਂ ਪਵਿੱਤਰ ਕਰਦਾ। ਅਸੀਂ ਆਪਣੇ ਆਪ ਪੂਰੀ ਤਰ੍ਹਾਂ ਪਵਿੱਤਰ ਨਹੀਂ ਹੋ ਸਕਦੇ। ਅਸੀਂ ਆਪਣੇ ਆਪ ਪੂਰੀ ਤਰ੍ਹਾਂ ਪਵਿੱਤਰ ਨਹੀਂ ਹੋ ਸਕਦੇ। ਉਹ ਆਪ ਹੀ ਸਾਨੂੰ ਪੂਰੀ ਤਰ੍ਹਾਂ ਪਵਿੱਤਰ ਕਰਦਾ ਹੈ। ਇਹ ਜ਼ਮੀਨ 'ਤੇ ਰਹਿੰਦੇ ਹੋਏ ਅਸੀਂ ਆਪਣੇ ਆਪ ਪੂਰੀ ਤਰ੍ਹਾਂ ਪਵਿੱਤਰ ਨਹੀਂ ਹੋ ਸਕਦੇ। ਬਿਲਕੁਲ, ਪਵਿੱਤਰਤਾ ਦਾ ਸਰੋਤ ਕੇਵਲ ਪਰਮੇਸ਼ਵਰ ਹੈ। ਪਵਿੱਤਰਤਾ ਕਿਸੇ ਵਿਅਕਤੀ ਦੀ ਨਹੀਂ ਹੈਗੀ। ਪਵਿੱਤਰਤਾ ਕਿਸੇ ਵਿਅਕਤੀ ਦੇ ਵਿੱਚੋਂ ਨਹੀਂ ਹੈਗੀ, ਕਿਉਂਕਿ ਜਦੋਂ ਆਦਮੀ ਨੇ ਪਾਪ ਕੀਤਾ ਉਹ ਤੋਂ ਸਾਰੇ ਬੰਦੇ ਪੈਦਾ ਹੋਏ ਆ, ਪਾਪ ਉਹਦੇ ਅੰਦਰ ਆ ਗਿਆ, ਪਾਪ ਸਾਰੀ ਜਨਰੇਸ਼ਨ 'ਚ ਫੈਲ ਗਿਆ। ਪਵਿੱਤਰਤਾ ਕਿਸੇ ਵਿਅਕਤੀ ਦੀ ਨਹੀਂ ਹੈਗੀ। ਪਵਿੱਤਰਤਾ ਕਿਸੇ ਵਿਅਕਤੀ ਦੇ ਵੱਲੋਂ ਨਹੀਂ ਹੈਗੀ। ਪਵਿੱਤਰਤਾ ਕਿਸੇ ਵਿਅਕਤੀ ਦੇ ਵਿੱਚੋਂ ਨਹੀਂ ਹੈਗੀ। ਪਵਿੱਤਰਤਾ ਹੀ ਪਰਮੇਸ਼ਵਰ ਤੋਂ ਆ, ਉਹਦੇ ਵੱਲੋਂ ਆ, ਉਹਦੇ ਵਿੱਚੋਂ ਆ, ਉਹਦੇ ਦੁਆਰਾ ਹੀ ਪਵਿੱਤਰਤਾ ਹੀ ਆ। ਹੋਰ ਕਿਸੇ ਦੁਆਰਾ ਕੋਈ ਪਵਿੱਤਰਤਾ ਹੀ ਨਹੀਂ ਹੈਗੀ। ਇਸ ਲਈ ਉਹ ਆਪੇ ਕੀ ਕਰੂਗਾ? ਆਪੇ ਹੀ ਤੁਹਾਨੂੰ ਪਵਿੱਤਰ ਕਰੂਗਾ, ਆਪੇ ਹੀ ਕਰੂਗਾ ਪਵਿੱਤਰ। ਇਸ ਲਈ ਅੱਜ ਬੜੀ ਸਾਫ਼ ਗੱਲ, ਸਾਫ਼ ਤਰੀਕੇ ਨਾਲ ਪ੍ਰਭੂ ਦੇ ਅੱਗੇ ਪੇਸ਼ ਹੋਣ ਦੀ ਲੋੜ ਆ ਕਿ ਪ੍ਰਭੂ ਮੈਨੂੰ ਤੇਰੇ ਵਿੱਚੋਂ ਪਵਿੱਤਰਤਾ ਹੀ ਚਾਹੀਦੀ ਹੈ, ਮੈਨੂੰ ਤੇਰੀ ਪਵਿੱਤਰਤਾ ਹੀ ਚਾਹੀਦੀ, ਤੇਰੇ ਵੱਲੋਂ ਪਵਿੱਤਰਤਾ ਹੀ ਚਾਹੀਦੀ। ਬਿਲਕੁਲ ਕਲੀਅਰ ਗੱਲ ਆ ਕਿ ਪ੍ਰਭੂ ਤੂੰ ਕਰ। ਉਹ ਕਰਨ ਦੇ ਲਈ ਤਿਆਰ ਆ, ਉਹ ਕਰਨ ਦੇ। ਹੋਰ ਬਹੁਤ ਕੁਝ ਮੰਗਦੇ ਦੁਨੀਆ 'ਚ ਚੀਜ਼ਾਂ, ਪਰ ਪਵਿੱਤਰਤਾ ਹੀ ਵੀ ਉਹਦੇ ਕੋਲੋਂ ਮੰਗਣ ਦੀ ਲੋੜ ਆ। ਉਹ ਕਿਹਨਾਂ ਨੂੰ ਦਿੰਦਾ? ਕਿਹਨਾਂ ਨੂੰ ਦਿੰਦਾ? ਪਹਿਲਾ यूहन्ना 1:7 ਦੇ ਅਨੁਸਾਰ ਜਿਨ੍ਹਾਂ ਦੀ ਉਹਦੇ ਨਾਲ ਸੰਗਤ ਹੈ ਉਹਨਾਂ ਨੂੰ ਉਹਦਾ ਲਹੂ ਸ਼ੁੱਧ ਕਰ ਦਿੰਦਾ। ਇਹ ਗੱਲ ਇੱਦਾਂ ਹੀ, ਪ੍ਰਭੂ ਦੀ ਸਤੁਤੀ ਹੋਵੇ। ਅਗਲੀ ਗੱਲ ਹੈ, ਉਹ ਕੀ ਕਰੂਗਾ? ਔਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਉਹ ਕੀ ਕਰਨ ਵਾਲਾ ਹੈ? ਕਲੀਸਿਆ ਦੇ ਨਾਲ ਪਵਿੱਤਰ ਕਰਕੇ ਅਗਲਾ ਕੰਮ ਕੀ ਕਰਨ ਵਾਲਾ ਹੈ? ਆਤਮਾ ਨੂੰ, ਜੀਵ ਨੂੰ ਅਤੇ ਸਰੀਰ ਨੂੰ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਾਊਗਾ, ਸੰਪੂਰਨ ਬਚਾਊਗਾ। ਅੱਜ ਬਹੁਤ ਸਾਰੇ ਇਸ ਉਲਝਣ ਦੇ ਵਿੱਚ ਹਨ ਕਿ ਜਦੋਂ ਜੀਂਦੇ ਹੋਣਾ ਕਿੱਦਾਂ ਜੀਂਦੇ ਹੋਣਾ, ਕਿੱਦਾਂ ਜੀਂਦੇ ਹੋਣਾ। ਜਿਨ੍ਹਾਂ ਨੂੰ ਇਹ ਸੀਗਾ ਵੀ ਇਹ ਸਰੀਰ ਇੱਦਾਂ ਹੀ ਉੱਠਣੇ ਆ, ਉਹਨਾਂ ਨੇ, ਕਈਆਂ ਨੇ ਤਾਂ ਮਾਮੀਜ਼ ਬਣਾ ਲਈਆਂ, ਕਈਆਂ ਨੇ ਪੱਥਰ 'ਚ ਕਬਰਾਂ ਖੁਦਵਾਈਆਂ ਔਰ ਸਮੇਂ ਸਮੇਂ 'ਤੇ ਉਹਨੂੰ ਮਸਾਲੇ ਲਗਾਉਂਦੇ ਰਹੇ। ਪਰ ਕਿੰਨੀ ਦੇਰ ਤੱਕ ਇੱਕ ਬੋਡੀ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ? ਔਰ ਗਰੀਬ ਬੰਦਾ ਉਹਦੇ ਲਈ ਕੀ ਕਰੇ? ਰਾਜਾ ਤਾਂ ਮਮੀਜ਼ ਬਣਾ ਸਕਦੇ ਹੈ, ਗਰੀਬ ਬੰਦਾ ਕੀ ਕਰੂਗਾ? ਇਹ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ, ਇਹ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ। ਇਹ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ, ਇਹ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ। ਬਹੁਤ ਸਾਰੇ ਯਿਸੂ ਮਸੀਹ ਨੂੰ ਮੰਨਣ ਵਾਲੇ ਅੱਗ ਨਾਲ ਸਾੜ ਕੇ ਮਾਰ ਦਿੱਤੇ ਗਏ। ਨੀਰੋ ਨੇ ਇੰਨੇ ਜ਼ਬਰਦਸਤ, ਇੰਨੇ ਖਤਰਨਾਕ ਅਤਿਆਚਾਰ ਕੀਤੇ ਕਿ ਜਿੰਦੇ ਸਾੜਤੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕ, ਜਿਹੜੇ ਸੱਚੇ ਲੋਕ ਸੀ, ਜਿੰਦਾ ਸਾੜਤੇ। ਜਿਹੜੇ ਜਲਾਈ ਦਿੱਤੇ ਗਏ। ਮਿਸਾਲ ਦੇ ਤੌਰ 'ਤੇ ਸਾਡੇ ਇੰਡੀਆ ਵਿੱਚ ਗ੍ਰਾਮ ਸਟੇਨਰ 2 ਬੇਟਿਆਂ ਨੂੰ ਜਿੰਦਾ ਸਾੜ ਦਿੱਤਾ ਗਿਆ। ਤੁਸੀਂ ਕੀ ਸੋਚਦੇ ਆ ਉਹ ਉਹਨਾਂ ਦਾ ਕੀ ਬਣੂਗਾ? ਅੱਜ ਗੱਲ ਬੜੀ ਸਾਫ਼ ਇਹ ਹੈ, ਗੱਲ ਬੜੀ ਸਾਫ਼ ਇਹ ਹੈ, ਜਿਨ੍ਹਾਂ ਦੇ ਜਨਾਜ਼ੇ ਬਹੁਤ ਵਧੀਆ ਵੀ ਹੋ ਗਏ ਹੈ ਨਾ, ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਸਾਰਾ ਕੁਝ ਉਹਨਾਂ ਦਾ ਸਾਬਤਾ ਹੀ ਨਿਕਲੂਗਾ। ਪਰ ਜਿਨ੍ਹਾਂ ਦੇ ਜਨਾਜ਼ੇ ਹੀ ਨਹੀਂ ਹੋਏ, ਕਈਆਂ ਦੇ ਜਨਾਜ਼ੇ ਹੀ ਨਹੀਂ ਹੋਏ, ਕਈ ਸ਼ਹੀਦਾਂ ਦੇ ਜਨਾਜ਼ੇ ਨਹੀਂ ਹੋਏ। ਇਹ ਗੱਲ ਇੱਦਾਂ ਹੀ ਹੈ, ਜਿਨ੍ਹਾਂ ਦੇ ਜਨਾਜ਼ੇ ਹੀ ਨਹੀਂ ਹੋਏ ਉਹਨਾਂ ਦਾ ਕੀ ਬਣੂਗਾ? ਇਹ ਜ਼ਿੰਮੇਵਾਰੀ ਪਰਮੇਸ਼ਵਰ ਦੀ। ਜਿਹਨਾਂ ਦੇ ਜਨਾਜ਼ੇ ਹੀ ਨਹੀਂ ਹੋ ਸਕੇ ਉਹਨਾਂ ਦਾ ਕੀ ਬਣੂਗਾ? ਇਹ ਜ਼ਿੰਮੇਵਾਰੀ ਪਰਮੇਸ਼ਵਰ ਦੀ ਆ ਕਿ ਉਹ ਸਾਡੇ ਆਤਮਾ ਨੂੰ, ਸਾਡੀ ਜਾਨ ਨੂੰ, ਸਾਡੇ ਸਰੀਰ ਨੂੰ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਖੜਾ ਕਰੂਗਾ। ਕਈ ਕਬਰਸਤਾਨਾਂ ਦੇ ਵਿੱਚ ਜਦੋਂ ਤੁਸੀਂ ਸਾਰੇ ਵੱਖ-ਵੱਖ ਸਮੇਂ ਵਿੱਚ ਜਾਂਦੇ ਹੋ, ਕਿਉਂਕਿ ਮੌਤ ਜਿਹੜੀ ਹੈ ਜੁੜੀ ਹੋਈ ਹੈ ਸਰੀਰ ਦੇ ਨਾਲ, ਜਦੋਂ ਇੱਕ ਖੁਦਾਈ ਕੀਤੀ ਜਾਂਦੀ ਹੈ ਕਬਰ ਦੀ, ਉਹਦੇ ਵਿੱਚੋਂ ਕਈ ਹੋਰ ਹੱਡੀਆਂ ਨਿਕਲ ਆਉਂਦੀਆਂ, ਬੰਦਿਆਂ ਦੀਆਂ ਹੱਡੀਆਂ ਹੁੰਦੀਆਂ ਔਰ ਵੱਖਰੀਆਂ ਵੱਖਰੀਆਂ ਹੋਈਆਂ ਹੁੰਦੀਆਂ, ਵੱਖਰੀਆਂ ਵੱਖਰੀਆਂ ਹੋਈਆਂ ਹੁੰਦੀਆਂ। ਇੱਦਾਂ ਜਦੋਂ ਹੱਡੀਆਂ ਨਿਕਲਦੀਆਂ ਇੱਦਾਂ,
ਉਦੋਂ ਇੱਦਾਂ ਮੰਨਿਆ ਜਾਂਦਾ ਵੀ ਇਹ ਕਿਸੇ ਵਿਅਕਤੀ ਦੀ ਹੱਡੀ ਹੋਣੀ ਹੈ। ਉਹਨੂੰ ਫਿਰ ਸਾਈਡ 'ਤੇ ਦੱਬ ਕੇ ਉਹ ਕਬਰ ਪੁੱਟ ਕੇ ਹੋਰ ਵੀ ਮੁਰਦਾ ਉੱਥੇ ਦਬਾ ਦਿੱਤਾ ਜਾਂਦਾ। ਦੇਖੋ ਪ੍ਰਭੂ ਦੀ ਵਫਾਦਾਰੀ ਨੂੰ ਦੇਖੋ ਤੁਸੀਂ। ਇੱਕ ਦਿਨ ਅਸੀਂ ਮਿੱਟੀ ਵਿੱਚ ਸੀਗੇ, ਖੁਦਾ ਨੇ ਸਾਨੂੰ ਮਿੱਟੀ 'ਚੋਂ ਕੱਢਿਆ। ਇੱਕ ਦਿਨ ਫਿਰ ਖੁਦਾ ਸਾਨੂੰ ਸਾਡੇ ਸਰੀਰ ਨੂੰ ਫਿਰ ਉਸ ਮਿੱਟੀ 'ਚੋਂ ਕੱਢਣ ਦੀ ਤਾਕਤ ਰੱਖਦਾ ਹੈ, ਕਿਉਂਕਿ ਆਤਮਾ ਤਾਂ ਅਮਰ ਹੈ, ਆਤਮਾ ਨਹੀਂ ਮਰਨਾ। ਆਤਮਾ ਸਿਓਲ 'ਚ ਹੋਊਗਾ, ਸਰੀਰ ਜਾਨ ਜਿੱਥੇ ਹੈਗੇ ਉੱਥੋਂ ਲੈ ਜਾਣਗੇ। ਮਤਲਬ ਕੀ ਆ? ਮਤਲਬ ਇਹ ਹੈ, ਕਈ ਲੋਕ ਸੋਚਦੇ ਆ ਕਿ ਆਤਮਾ ਨੇ ਜਿੰਦਾ ਹੋ ਜਾਣਾ। ਇੱਦਾਂ ਆਤਮਾ ਇਕੱਲੇ ਨੇ ਨਹੀਂ ਜਿੰਦਾ ਹੋਣਾ ਹੈਗਾ, ਸਰੀਰ ਵੀ ਜਿੰਦਾ ਹੋਣਾ ਅਤੇ ਜਾਨ ਵੀ ਇੱਦਾਂ ਹੀ ਜਿੰਦਾ ਹੋਣਾ, ਜਿੱਦਾਂ ਯਿਸੂ ਮਸੀਹ ਜਿੰਦਾ ਹੋਏ। ਜਿੱਦਾਂ ਪ੍ਰਭੂ ਯਿਸੂ ਮਸੀਹ ਜਿੰਦਾ ਹੋਏ, ਇੱਦਾਂ ਹੀ ਅਸੀਂ ਵੀ ਇੱਕ ਦਿਨ ਮੁਰਦਿਆਂ ਵਿੱਚੋਂ ਜਿੰਦਾ ਹੋ ਜਾਣਾ, ਜੇ ਅਸੀਂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਇਸ ਸਰੀਰ ਚੋਂ ਆਤਮਾ ਵੱਖਰਾ ਹੋ ਗਿਆ ਤਾਂ। ਸਰੀਰ ਜਿੱਥੇ ਮਰਜ਼ੀ ਹੋਵੇ, ਹੱਡੀਆਂ ਜਿੱਥੇ ਮਰਜ਼ੀ ਹੋਣ, ਮਾਸ ਜਿੱਥੇ ਮਰਜ਼ੀ ਹੋਵੇ, ਨਾੜੀਆਂ ਜਿੱਥੇ ਮਰਜ਼ੀ ਹੋਣ। ਪ੍ਰਭੂ ਨੇ ਹਿਜ਼ਕੀਏਲ ਦੇ ਨਾਲ ਇਹ ਗੱਲ ਕਰਕੇ ਸਮਝਾਇਆ ਉਹਨੂੰ, ਕਿੰਨੀਆਂ ਹੱਡੀਆਂ ਸੁੱਕੀਆਂ ਹੋਈਆਂ ਹੱਡੀਆਂ, ਕੋਈ ਹੱਡੀ ਉੱਥੇ ਖਿਲਰੀਆਂ ਹੋਈਆਂ, ਇੱਕੋ ਬੰਦੇ ਦੀਆਂ ਹੱਡੀਆਂ ਕਈ ਜਗ੍ਹਾ ਖਿਲਰੀਆਂ ਹੋਈਆਂ। ਪ੍ਰਭੂ ਕਹਿੰਦਾ ਤੂੰ ਬੋਲ, ਹੱਡੀਆਂ ਨਾਲ ਜੁੜ ਗਈਆਂ, ਨਾੜੀਆਂ ਮਾਸ ਚੜ੍ਹ ਗਈਆਂ, ਇਹਨਾਂ 'ਚ ਰੂਹਾਂ ਪੈ ਗਈਆਂ। ਇਹਦਾ ਮਤਲਬ ਕੀ? ਇਹਦਾ ਮਤਲਬ ਪ੍ਰਭੂ ਨੇ ਉਹ ਗੱਲ ਨੂੰ ਦੱਸਿਆ। ਪ੍ਰਭੂ ਨੇ ਉੱਥੇ ਗੱਲ ਕਹੀ, ਕਹਿੰਦਾ ਜਦੋਂ ਮੈਂ ਤੁਹਾਡੀਆਂ ਕਬਰਾਂ ਖੋਲ ਕੇ ਤੁਹਾਨੂੰ ਕਹਿੰਦਾ ਜਿੰਦਾ ਕਰੂੰਗਾ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਹੀ ਪਰਮੇਸ਼ਵਰ ਹਾਂ। ਉਹਦੀ ਵਫਾਦਾਰੀ ਇਕੱਲੀ ਜਿਉਂਦਿਆਂ ਤੱਕ ਨਹੀਂ ਹੈਗੀ, ਉਹਦੀ ਵਫਾਦਾਰੀ ਜਦੋਂ ਅਸੀਂ ਮਰ ਵੀ ਜਾਵਾਂਗੇ ਉਦੋਂ ਹੀ ਵਫਾਦਾਰੀ ਨਾਲ ਉਹ ਖੜਾ ਰਹੂਗਾ, ਔਰ ਸਾਨੂੰ ਉਹ ਫਿਰ ਤੋਂ ਜਿੰਦਾ ਕਰਕੇ ਖੜਾ ਕਰ ਦੂਗਾ। ਇੰਨੇ ਵਫਾਦਾਰ ਪਰਮੇਸ਼ਵਰ ਦੇ ਨਾਲ ਕਿਉਂ ਨਾ ਵਫਾਦਾਰੀ ਨਿਭਾਈਏ? ਇੰਨੇ ਵਫਾਦਾਰ ਪਰਮੇਸ਼ਵਰ ਦੇ ਅੱਗੇ ਕਿਉਂ ਨਾ ਅਧੀਨ ਹੋ ਜਾਈਏ? ਇੰਨੇ ਵਫਾਦਾਰ ਪਰਮੇਸ਼ਵਰ ਦੇ ਅੱਗੇ ਕਿਉਂ ਨਾ ਨਮਰ ਹੋ ਜਾਈਏ? ਕਿਉਂ ਨਾ ਝੁਕ ਜਾਈਏ? ਕਿਉਂ ਆਪਣੀਆਂ ਮਰਜ਼ੀਆਂ ਕਰੀਏ? ਕਿਉਂ ਨਾ ਝੁਕ ਜਾਈਏ? ਕਿਉਂ ਨਾ ਉਹਨੂੰ ਕਹੀਏ, ਪ੍ਰਭੂ ਮੈਂ ਗੈਰ ਵਫਾਦਾਰ ਰਿਹਾ ਤੇਰੇ ਨਾਲ, ਪਰ ਹੁਣ ਮੈਂ ਵਫਾਦਾਰ ਰਵਾਂਗਾ, ਮੈਂ ਤੇਰੇ ਨਾਲ ਵਾਚਾ ਬੰਦਾ। ਮੈਂ ਝੂਠਾ ਹੀ ਤੇਰੇ ਅੱਗੇ ਰਿਹਾ, ਪਰ ਹੁਣ ਮੈਂ ਤੇਰੇ ਅੱਗੇ ਤੇਰੇ ਵਚਨ ਨੂੰ ਪੂਰਾ ਕਰਨ ਵਾਲਾ ਤੇਰਾ ਬੱਚਾ ਬਣਾਂਗਾ। ਪ੍ਰਭੂ ਇੱਕ ਦਿਨ ਪ੍ਰਭੂ ਸਭ ਕੁਝ ਠੀਕ ਬਚਾ ਕੇ ਦੋਸ਼ ਰਹਿਤ ਸੰਪੂਰਨ ਖੜਾ ਕਰ ਦੂਗਾ। ਭਾਵ ਕੁਛ ਵੀ ਨੁਕਸ ਨਹੀਂ ਰਹਿਣਾ। ਕਈ ਬਿਮਾਰੀਆਂ ਨਾਲ ਮਰ ਗਏ, ਕਈ ਜ਼ਖਮਾਂ ਨਾਲ ਮਰ ਗਏ, ਕਈ ਤਲਵਾਰਾਂ ਨਾਲ ਵੱਢੇ ਗਏ, ਕਈ ਸੂਲੀਆਂ ਚੜਾ ਕੇ ਮਾਰ ਦਿੱਤੇ ਗਏ। ਗੱਲ ਇਹ ਆ, ਉਹ ਸਾਰੇ ਪੂਰੇ ਨਿਕਲਣੇ ਆ, ਪੂਰੇ। ਸਰੀਰ ਤੇ ਜ਼ਖਮ ਕੋਈ ਨਹੀਂ ਦਿਸਣੇ, ਕੋਈ ਨਿਸ਼ਾਨ ਨਹੀਂ ਹੋਣਾ, ਪੂਰੇ ਸਰੀਰ ਹੋਣੇ ਆ, ਪੂਰੀਆਂ ਜਾਨਾਂ ਆਤਮਾ ਹੋਣੀਆਂ ਆ, ਪੂਰਾ ਸਭ ਕੁਝ ਹੋਣਾ। ਇਸ ਲਈ ਪ੍ਰਭੂ ਦਾ ਧੰਨਵਾਦ ਹੈ ਕਿ ਪ੍ਰਭੂ ਇੱਦਾਂ ਹੀ ਕਰਨ ਵਾਲਾ ਆ। ਅਗਲੀ ਗੱਲ ਪ੍ਰਭੂ ਦਾ ਵਚਨ ਦੱਸਦਾ ਹੈ, ਤੁਹਾਡਾ ਸੱਦਣ ਵਾਲਾ ਵਫਾਦਾਰ ਹੈ, ਉਹ ਅਜਿਹਾ ਹੀ ਕਰੇਗਾ। ਆਮੀਨ। ਜਿਹੜਾ ਸਾਡਾ ਸੱਦਣ ਵਾਲਾ ਵਫਾਦਾਰ ਆ, ਉਹ ਵਫਾਦਾਰ ਜਿਹੜਾ ਸਾਡਾ ਸੱਦਣ ਵਾਲਾ ਹੈ, ਉਹ ਝੂਠਾ ਨਹੀਂ ਹੈਗਾ, ਉਹ ਸੱਚਾ ਆ। ਜਿਹੜਾ ਸਾਡਾ ਸੱਦਣ ਵਾਲਾ ਉਹ ਸੱਚਾ ਆ, ਉਹ ਅਜਿਹਾ ਹੀ ਕਰੂਗਾ। ਜਿਹਨੇ ਸੱਦਿਆ ਨਾ ਸਾਨੂੰ, ਉਹ ਜ਼ਮੀਨ 'ਤੇ ਸਾਡੇ ਨਾਲ ਚੱਲਦਾ ਹੈ, ਔਰ ਜਦੋਂ ਅਸੀਂ ਜ਼ਮੀਨ 'ਤੇ ਨਹੀਂ ਰਵਾਂਗੇ ਉਸ ਵਕਤ ਵੀ ਉਹ ਸਾਡੇ ਨਾਲ ਹੋਊਗਾ, ਔਰ ਇੱਕ ਦਿਨ ਸਾਨੂੰ ਫਿਰ ਮੁੜ ਸਰਜੀਤ ਕਰਕੇ ਖੜਾ ਕਰ ਦਊਗਾ, ਦੋਸ਼ ਰਹਿਤ ਅਤੇ ਸੰਪੂਰਨ ਖੜਾ ਕਰੇਗਾ। ਇੱਦਾਂ ਹੀ ਕਰਨ ਵਾਲਾ ਉਹ ਇੱਦਾਂ ਹੀ ਕਰੂਗਾ। ਇਸ ਲਈ ਉਹਦੀ ਵਫਾਦਾਰੀ 'ਤੇ ਸ਼ੱਕ ਨਾ ਕਰੋ, ਉਹਦੀ ਵਫਾਦਾਰੀ 'ਤੇ ਸ਼ੱਕ ਨਾ ਕਰੋ, ਉਹਦੀ ਵਫਾਦਾਰੀ 'ਤੇ ਵਿਸ਼ਵਾਸ ਕਰੋ, ਔਰ ਆਪਣੇ ਵਿੱਚੋਂ ਗੈਰ ਵਫਾਦਾਰੀ ਨੂੰ ਕੱਢ ਦਿਓ ਯਿਸੂ ਦੇ ਸਾਮਰਥੀ ਨਾਮ ਵਿੱਚ। ਗੈਰ ਵਫਾਦਾਰ ਸੀ, ਪਰ ਗੈਰ ਵਫਾਦਾਰ ਰਹਿਣਾ ਨਹੀਂ ਹੈਗਾ, ਇਸ ਗੱਲ ਦੇ ਲਈ ਫੈਸਲਾ ਲੈ ਕੇ ਚੱਲੋ। ਗੈਰ ਵਫਾਦਾਰ ਸੀ, ਪਰ ਗੈਰ ਵਫਾਦਾਰ ਰਹਿਣਾ ਨਹੀਂ, ਵਫਾਦਾਰ ਬਣਨਾ, ਔਰ ਵਫਾਦਾਰ ਬਣ ਕੇ ਆਪਣੇ ਪਰਮੇਸ਼ਵਰ ਦੀ ਵਫਾਦਾਰੀ ਦੇ ऋणी ਰਹਿਣਾ, ਆਭਾਰੀ ਰਹਿਣਾ, ਉਹ 'ਚ ਖੋਏ ਰਹਿਣਾ, ਉਹ 'ਚ ਰਮੇ ਰਹਿਣਾ, ਉਹਦੀ ਮਹਿਮਾ ਵਿੱਚ ਲੌਲੀਨ ਰਹਿਣਾ। ਪ੍ਰਭੂ ਦੀ ਸਤੁਤੀ ਹੋਵੇ। ਇਸ ਗੱਲ ਲਈ ਜ਼ਰੂਰੀ ਹੈ ਕਿ ਜਦੋਂ ਤੁਸੀਂ ਪ੍ਰਭੂ ਦੀ ਪਵਿੱਤਰ ਉਪਸਥਿਤੀ ਵਿੱਚ ਹੋ, ਉਹ ਆਪੇ ਪਵਿੱਤਰ ਕਰੇਗਾ ਤੁਹਾਨੂੰ। ਜੇ ਅੱਜ ਗੈਰ ਵਫਾਦਾਰੀ ਹੈ ਤਾਂ ਇਹਨੂੰ ਛੱਡ ਦਿਓ। ਜੇ ਅੱਜ ਗੈਰ ਵਫਾਦਾਰ ਹੋ ਤਾਂ ਇਹਨੂੰ ਛੱਡ ਦਿਓ। ਯਿਸੂ ਮਸੀਹ ਦੇ ਨਾਮ ਵਿੱਚ ਛੱਡ ਦਿਓ। ਅਗਰ ਤੁਸੀਂ ਛੱਡ ਦੋਗੇ ਤੇ ਤੁਹਾਡਾ ਪਰਮੇਸ਼ਵਰ ਤਾਂ ਤੁਹਾਡੇ ਨਾਲ ਵਫਾਦਾਰ ਹੀ ਹੈ, ਉਹ ਹੋਰ ਤੁਹਾਨੂੰ ਆਪਣੀ ਸਿੱਧਤਾ ਦੇ ਵਿੱਚ ਖੜਾ ਕਰ ਦੇਗਾ। ਇਸ ਲਈ ਉਹ ਸਭ ਕੁਝ ਸਾਰੇ ਹਾਲਾਤਾਂ ਵਿੱਚ ਵਫਾਦਾਰ ਹੈ। ਹਰ ਹਾਲਾਤ ਵਿੱਚ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਵਫਾਦਾਰ ਹੈ। ਜਦੋਂ ਹਰ ਹਾਲਾਤ ਵਿੱਚ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਵਫਾਦਾਰ ਹੈ, ਤੁਸੀਂ ਉਹਨਾਂ ਨਾਲ ਵਫਾਦਾਰ ਬਣੇ ਰਹੋ, ਤਾਂ ਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਬਰਕਤ ਤੇ ਬਰਕਤ ਦੇਵੇ, ਵਾਅਦੇ ਤੇ ਵਾਅਦਾ ਕਰੇ,
और मृत्यु उपरांत भी तैनू संभाले और एक दिन फिर तो जीवित बना के खड़ा करे, 100% दोष रहित बना के खड़ा करे। आओ सारे प्रभु की हज़ूरी विच झुकिए और प्रार्थना करिए। थैंक यू जीसस। प्रभु तेरी शुक्रगुजारी करते हैं, 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 शुक्रगुजारी करते हैं। परमेश्वर तेरा धन्नवाद करते हैं, तू साडे नाल वफादार ही है प्रभु। असीं बहुत बारी तेरे नाल वफादार नहीं रहिंदे प्रभु, पर तेरा धन्नवाद तू वफादार ही रहना, तेरा धन्नवाद तू वफादार ही रहना, क्योंकि तू अपनी वफादारी छड्ड के झूठा नहीं हो सकता। तू वफादारी छड्ड के झूठा नहीं हो सकता। तू सच्चा आ, हुण तो लैके सदीप काल तक सच्चा आ। तेरा धन्नवाद करते हैं, तेरी शुक्रगुजारी करते हैं, तेरियां सारियां मेहरबानियां ले प्रभु तेरा धन्नवाद 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 करते हैं। हुण दुआ करते हैं प्रभु सदा तक प्रभु सबनूं ईमानदार बना दे। गैर ईमानदारी सब चों निकल जाए परमेश्वर, गैर ईमानदारी सब चों निकल जाए, ईमानदारी सब दे अंदर भर जाए, 100% ईमानदारी सब दे अंदर भर जाए पूर्णताई नाल। किरपा होवे, किरपा होवे, किरपा होवे, किरपा होवे, किरपा होवे, किरपा। ये सारियां दुआं बेनतियां प्रभु यीशु नासरी दे पवित्र नाम च अधीन होके मंगदे हैं। आमीन आमीन आमीन। जय मसीह दी सारिआं नूं। खुदावंद दा जलाल सदा तुहाडे नाल बणिया रहे। जय मसीह।